उम्मीदां में आया, रख के उम्मीदां में आया। मेरे खुदाया दे तू सहारा, मेरे खुदाया दे तू सहारा। रख के उम्मीदां में आया, रख के उम्मीदां में आया। मेरे खुदाया दे तू सहारा, मेरे खुदाया दे तू सहारा। रूह जिस्म जान विच जोने गुनाह, तू है दयालु कर देखी मां। रूह जिस्म जान विच जोने गुनाह, तू है दयालु कर देखी मां। अपनी कृपा दा रख साया, अपनी कृपा दा रख साया। मेरे खुदाया दे तू सहारा, मेरे खुदाया दे तू सहारा। रख के उम्मीदां में आया, रख के उम्मीदां में आया। मेरे खुदाया दे तू सहारा, मेरे खुदाया दे तू सहारा। बाप ਅਤੇ बेटे ਅਤੇ रूह पाक ਦੇ ਨਾਮ ਉਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ रूह पाक ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣਾਂ ਤੇ ਭਰਾਓ, ਆਓ ਅਸੀਂ ਖੁਦਾ ਦਾ ਇੱਕ ਵਾਰ ਫਿਰ ਧੰਨਵਾਦ ਕਰੀਏ ਜਿਸ ਨੇ ਇੱਕ ਨਵਾਂ ਦਿਨ ਅਤੇ ਨਵਾਂ ਹਫ਼ਤਾ ਸਾਡੇ ਜੀਵਨ ਵਿੱਚ ਜੋੜਿਆ ਹੈ। ਆਓ ਅਸੀਂ ਇਸ ਪੂਰੇ ਹਫ਼ਤੇ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੌਂਪਦੇ ਹੋਏ ਉਸ ਦੀ ਬਰਕਤ, ਉਸ ਦੀ ਅਗਵਾਈ ਅਤੇ ਰਹਿਨੁਮਾਈ ਦੀ ਮੰਗ ਕਰੀਏ। ਅਤੇ ਖਾਸ ਤੌਰ 'ਤੇ ਅੱਜ ਅਸੀਂ ਇਸ ਫਜ਼ਲ ਲਈ ਪ੍ਰਾਰਥਨਾ ਕਰੀਏ ਕਿ ਅਸੀਂ ਕਦੇ ਵੀ ਕਿਸੇ ਉੱਤੇ ਦੋਸ਼ ਨਾ ਲਾਈਏ। ਕਿਸੇ ਉੱਤੇ ਦੋਸ਼ ਲਾਉਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਵੇਖੀਏ। ਸਾਰੀ ਦੁਨੀਆ, ਸਾਰੇ ਇਨਸਾਨ, ਸਾਰੇ ਮਨੁੱਖ ਪਾਪਾਂ ਗੁਨਾਹਾਂ ਦੇ ਕਾਰਨ ਕਮਜ਼ੋਰ ਹੁੰਦੇ ਹਨ। ਜੇਕਰ ਸਾਡੇ ਵਿੱਚ ਕੋਈ ਦੋਸ਼ ਹੈ ਜਾਂ ਸਾਡੇ ਵਿੱਚ ਕੋਈ ਗੁਨਾਹ ਹੈ, ਕਿਸੇ ਉੱਤੇ ਦੋਸ਼ ਲਾਉਣ ਤੋਂ ਪਹਿਲਾਂ ਅਸੀਂ ਇੱਕ ਭਾਈਚਾਰਕ ਫਰਜ਼ ਨਿਭਾਈਏ, ਉਸ ਨੂੰ ਸਹੀ ਤਰੀਕੇ ਨਾਲ ਦੱਸੀਏ, ਜਾਂ ਫਿਰ ਉਸ ਉੱਤੇ ਦੋਸ਼ ਲਾਉਂਦੇ ਹੋਏ ਉਸ ਦੀ ਪਬਲਿਕ ਵਿੱਚ, ਲੋਕਾਂ ਵਿੱਚ ਬੇਇੱਜ਼ਤੀ ਕਰੀਏ। ਇਸ ਤਰ੍ਹਾਂ ਨਹੀਂ। ਪ੍ਰਭੂ ਕਹਿੰਦਾ ਹੈ, ਜੇਕਰ ਤੁਹਾਡਾ ਭੈਣ ਭਰਾ ਤੁਹਾਡੇ ਖਿਲਾਫ ਕੋਈ ਗਲਤੀ ਗੁਨਾਹ ਕਰਦਾ ਹੈ, ਉਸ ਨੂੰ ਖੁਦ ਜਾ ਕੇ ਦੱਸੋ। ਜੇ ਉਹ ਫਿਰ ਵੀ ਨਹੀਂ ਮੰਨਦਾ ਤਾਂ ਫਿਰ ਕੁਝ ਗਵਾਹਾਂ ਨੂੰ ਆਪਣੇ ਨਾਲ ਲੈ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਜੇਕਰ ਉਹ ਇਨਸਾਨ ਫਿਰ ਵੀ ਆਪਣੀ ਗਲਤੀ ਨਹੀਂ ਮੰਨਦਾ ਤਾਂ ਫਿਰ ਉਸ ਨੂੰ ਸਾਰੀ ਸੰਗਤ ਦੇ ਸਾਹਮਣੇ ਜਾਂ ਕਲੀਸਿਆ ਦੇ ਆਗੂਆਂ ਦੇ ਸਾਹਮਣੇ ਲੈ ਕੇ ਆਓ, ਤਾਂ ਜੋ ਉਸ ਨੂੰ ਸਮਝਾਇਆ ਜਾ ਸਕੇ। ਜੇਕਰ ਫਿਰ ਵੀ ਉਹ ਨਹੀਂ ਮੰਨਦਾ ਤਾਂ ਉਸ ਨੂੰ ਉਸ ਦੇ ਹਾਲ 'ਤੇ ਛੱਡ ਦਿਓ। ਪਰ ਜੇਕਰ ਅਸੀਂ ਉਸ 'ਤੇ ਦੋਸ਼ ਲਾਵਾਂਗੇ, ਕਿਸੇ ਵੀ ਤਰੀਕੇ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ। ਉਸ 'ਤੇ ਦੋਸ਼ ਲਾਉਣ ਨਾਲ, ਉਸ ਨੂੰ ਬੇਇੱਜ਼ਤ ਕਰਨ ਦੇ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ। ਉੱਥੇ ਸਿਰਫ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਉਸ ਨੂੰ ਆਪਣਾ ਫਜ਼ਲ ਪ੍ਰਦਾਨ ਕਰੇ, ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਦਿਵਾਵੇ, ਉਸ ਦੇ ਮਨ ਵਿੱਚ ਪਛਤਾਵਾ ਪੈਦਾ ਹੋਵੇ, ਤਾਂ ਜੋ ਇਹ ਜਾਣ ਸਕੇ ਕਿ ਉਸਨੇ ਗਲਤੀਆਂ ਕੀਤੀਆਂ ਹਨ, ਗੁਨਾਹ ਕੀਤੇ ਹਨ। ਆਓ ਉਸ ਨੇ ਸਾਰੇ ਸਮੇਂ ਵੇਲਿਆਂ ਲਈ ਪ੍ਰਭੂ ਕੋਲੋਂ ਮਾਫੀ ਮੰਗੀਏ। ਜਦ ਕਦੀ ਵੀ ਅਸੀਂ ਕਿਸੇ ਉੱਤੇ ਦੋਸ਼ ਲਾਉਂਦੇ ਹੋਏ ਉਹਨਾਂ ਨੂੰ ਬੁਰਾ ਕਹਿਣ ਜਾਂ ਬੁਰਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਓ ਅਸੀਂ ਇਹਨਾਂ ਪਵਿੱਤਰ ਭੇਦਾਂ ਯੋਗ ਢੰਗ ਨਾਲ ਬਣਾਉਣ ਲਈ ਕਿਤੇ ਸਾਰੇ ਗਲਤੀਆਂ ਗੁਨਾਹ ਦੀ ਪਛਤਾਉਂਦੇ ਹੋਏ ਪ੍ਰਭੂ ਕੋਲ ਮਾਫੀ ਮੰਗੇ ਤੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ
ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਆਪਣੇ ਲੋਕਾਂ ਨੂੰ ਇਹ ਬਰਕਤ ਦੇ ਕਿ ਉਹ ਹਮੇਸ਼ਾ ਤੇਰੇ ਪਾਕ ਨਾਮ ਨੂੰ ਇੱਜ਼ਤ ਦਿੰਦੇ ਹੋਏ ਤੇ ਪਿਆਰ ਕਰਦੇ ਹੋਏ ਜੀਵਨ ਬਤੀਤ ਕਰਨ। ਕਿਉਂ ਜੋ ਜਿਨ੍ਹਾਂ ਨੂੰ ਤੂੰ ਆਪਣੇ ਪਿਆਰ ਦੀ ਚਟਾਨ ਉੱਤੇ ਖੜਾ ਕੀਤਾ ਹੈ, ਉਹਨਾਂ ਨੂੰ ਤੂੰ ਕਦੇ ਵੀ ਆਪਣੀ ਅਗਵਾਈ ਤੋਂ ਵਾਂਝੇ ਰਹਿਣ ਨਹੀਂ ਦਿੰਦਾ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਤੇ ਜ਼ਬਾਨ ਤੇ ਹੋਵੇ ਤਾਂ ਯੋਗਤਾ ਨਾਲ ਸਿਖਦਾਰਾ ਵਿੱਚ ਸੁਣਾ ਸਕੋ, ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ। ਆਮੀਨ। ਪਾਠ ਪਹਿਲਾ ਰਾਜਿਆਂ ਦੀ ਦੂਸਰੀ ਪੁਸਤਕ, ਉਸ ਦਾ 17 ਬਾਬ 5 ਤੋਂ 8, 13 ਤੋਂ 15 ਅਤੇ 18 ਆਇਤ ਤੱਕ। ਤਦ ਅਸੂਰ ਦੇ ਰਾਜਾ ਸਲਮਨਸਰ ਨੇ ਇਜ਼ਰਾਈਲ ਉੱਤੇ ਚੜ੍ਹਾਈ ਕੀਤੀ ਅਤੇ ਸਾਮਰੀਆਂ ਨੂੰ ਘੇਰ ਲਿਆ। ਉਸਨੇ ਸਾਮਰੀਆਂ ਨੂੰ 3 ਸਾਲ ਤੱਕ ਘੇਰੀ ਰੱਖਿਆ ਅਤੇ ਤੀਜੇ ਸਾਲ ਉਸਨੇ ਸਾਮਰੀਆ ਉੱਤੇ ਕਬਜ਼ਾ ਕਰ ਲਿਆ। ਇਹ ਰਾਜਾ ਹੋਸ਼ਿਆ ਦੇ ਰਾਜਕਾਲ ਦਾ 9ਵਾਂ ਸਾਲ ਸੀ। ਫਿਰ ਅਸੂਰ ਦਾ ਰਾਜਾ ਇਜ਼ਰਾਈਲੀਆਂ ਨੂੰ ਬੰਦੀ ਬਣਾ ਕੇ ਅਸੂਰ ਵਿੱਚ ਲੈ ਗਿਆ ਅਤੇ ਉਹਨਾਂ ਨੂੰ ਹਲਕ ਨਗਰ ਵਿੱਚ ਤੇ ਗੁਜ਼ਾਰ ਦੇ ਇਲਾਕੇ ਦੇ ਦਰਿਆ ਹਬੋਰ ਦੇ ਕੰਢੇ ਉੱਤੇ ਅਤੇ ਮਾਦੀਆ ਦੇ ਨਗਰਾਂ ਦੇ ਵਿੱਚ ਵਸਾ ਦਿੱਤਾ। ਇਜ਼ਰਾਈਲੀਆਂ ਨੇ ਬੱਦੀ ਹੋਣ ਦਾ ਕਾਰਨ ਇਹ ਸੀ, ਉਹਨਾਂ ਨੇ ਪ੍ਰਭੂ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ, ਜੋ ਉਹਨਾਂ ਨੂੰ ਮਿਸਰ ਦੇ ਰਾਜਾ ਫਿਰੌਨ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਸੀ। ਉਹ ਪ੍ਰਭੂ ਦੀ ਥਾਂ ਪਰਾਏ ਦੇਵਤਿਆਂ ਦੀ ਪੂਜਾ ਕਰਨ ਲੱਗ ਪਏ। ਉਹ ਇਜ਼ਰਾਈਲੀ ਰਾਜਿਆਂ ਦੀਆਂ ਬਣਾਈਆਂ ਰਸਮਾਂ ਅਤੇ ਉਹਨਾਂ ਲੋਕਾਂ ਦੀਆਂ ਧਾਰਮਿਕ ਰੀਤਾਂ ਰਸਮਾਂ, ਜਿਨ੍ਹਾਂ ਨੂੰ ਪ੍ਰਭੂ ਨੇ ਉਹਨਾਂ ਦੇ ਸਾਹਮਣਿਓਂ ਕੱਢਿਆ ਸੀ, ਚੱਲਣ ਲੱਗ ਪਏ ਸਨ। ਤਦ ਪ੍ਰਭੂ ਨੇ ਆਪਣੇ ਸੰਦੇਸ਼ਵਾਹਕਾਂ ਅਤੇ ਨਬੀਆਂ ਦੇ ਦੁਆਰਾ ਇਜ਼ਰਾਈਲੀਆਂ ਅਤੇ ਯਹੂਦੀਆਂ ਨੂੰ ਕਈ ਵਾਰ ਇਹ ਕਹਿ ਕੇ ਚੇਤਾਵਨੀ ਦਿੱਤੀ, ਤੁਸੀਂ ਆਪਣੇ ਬੁਰੇ ਰਾਹਾਂ ਨੂੰ ਛੱਡ ਕੇ ਮੇਰੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰੋ, ਜੋ ਮੈਂ ਵਿਵਸਥਾ ਦੇ ਰੂਪ ਵਿੱਚ ਤੁਹਾਡੇ ਪੁਰਖਿਆਂ ਨੂੰ ਦਿੱਤੇ ਅਤੇ ਆਪਣੇ ਦਾਸ ਨਬੀਆਂ ਦੇ ਰਾਹੀਂ ਤੁਹਾਨੂੰ ਵੀ ਦਿੱਤੇ ਹਨ। ਪਰ ਉਹਨਾਂ ਨੇ ਪ੍ਰਭੂ ਦੀ ਇਸ ਚੇਤਾਵਨੀ ਦੀ ਪਰਵਾਹ ਨਾ ਕੀਤੀ ਅਤੇ ਸਗੋਂ ਆਪਣੇ ਪੁਰਖਿਆਂ ਦੇ ਵਾਂਗ ਹੱਠੀ ਬਣੇ ਰਹੇ, ਜਿਨ੍ਹਾਂ ਨੇ ਪ੍ਰਭੂ ਆਪਣੇ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕੀਤਾ ਸੀ। ਸੋ ਉਹਨਾਂ ਨੇ ਉਹਨਾਂ ਵਿਧੀਆਂ ਤੇ ਨਿਯਮ ਨੂੰ ਜੋ ਪ੍ਰਭੂ ਨੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੇ ਸਨ ਰੱਦ ਦਿੱਤਾ ਅਤੇ ਉਸ ਦੀ ਚੇਤਾਵਨੀ ਨੂੰ ਨਾ ਮੰਨਿਆ। ਉਹ ਨਿਗੁਣੇ ਦੇਵਤਿਆਂ ਦੇ ਪਿੱਛੇ ਲੱਗ ਕੇ ਆਪ ਵੀ ਨਿਗੁਣੇ ਬਣ ਗਏ ਅਤੇ ਉਹਨਾਂ ਨੇ ਆਪਣੇ ਆਸ-ਪਾਸ ਰਹਿ ਰਹੇ ਪਰਾਈਆਂ ਕੌਮਾਂ ਦੀਆਂ ਰੀਤਾਂ ਰਸਮਾਂ ਨੂੰ ਅਪਣਾਇਆ, ਜਿਨ੍ਹਾਂ ਵੱਲੋਂ ਪ੍ਰਭੂ ਨੇ ਉਹਨਾਂ ਨੂੰ ਆਗਿਆ ਦਿੱਤੀ ਸੀ ਕਿ ਉਹ ਉਹਨਾਂ ਦੇ ਪਿੱਛੇ ਨਾ ਚੱਲਣ। ਸੋ ਪ੍ਰਭੂ ਨੇ ਯਹੂਦਾ ਨੂੰ ਛੱਡ ਕੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਨਾਲ ਦੂਰ ਕਰ ਦਿੱਤਾ, ਕਿਉਂਕਿ ਉਹ ਉਹਨਾਂ ਉੱਤੇ ਕ੍ਰੋਧਿਤ ਹੋਇਆ ਸੀ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
खुदावंद मेरी तू ही कर रखवाली, ऐ खुदावंद मेरी तू ही कर रखवाली। मेरा सब भरोसा तू ही है रखवाली, मेरा सब भरोसा तू ही है रखवाली। मेरी जान खुदा नू हो कह दिया, मेरी जान खुदा नू हो कह दिया, तेरे बाजों मेरी नहीं है भलाई, तेरे बाजों मेरी नहीं है भलाई, है खुदाबंद मेरी तू ही कर रखवाली, मेरा सब भरोसा तू ही है रखवाली, मेरा सब भरोसा तू ही है रखवाली। हालेलुया 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 हालेलुया। सारियों कौमों तालियां बजाओ, जय जयकार नाल रब नू पुकारो, सारियों कौमों तालियां बजाओ, जय जयकार नाल रब नू पुकारो, क्योंकि खुदा है भला ओही साडी है पना, सबनू सुनाओ सबनू सुनाओ, क्योंकि खुदा है भला ओही साडी है पना, सबनू सुनाओ सबनू सुनाओ। हालेलुया 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 हालेलुया। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा सन्मति दे अनुसार तेरी वड्याई होवे ऐ प्रभु। उस दा 7 अध्याय 1 ਤੋਂ 5 आयत। ਦੂਜਿਆਂ ਤੇ ਦੋਸ਼ ਨਾ ਲਾਵੋ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ, ਕਿਉਂਕਿ ਜੋ ਦੋਸ਼ ਤੁਸੀਂ ਦੂਜਿਆਂ ਤੇ ਲਾਉਂਦੇ ਹੋ ਉਹੀ ਦੋਸ਼ ਤੁਹਾਡੇ ਤੇ ਵੀ ਲਾਇਆ ਜਾਵੇਗਾ, ਅਤੇ ਜਿਸ ਮਾਪ ਤੋਲ ਨਾਲ ਤੁਸੀਂ ਮਾਪਦੇ ਹੋ ਉਸੇ ਮਾਪ ਤੋਲ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।
ਤੂੰ ਆਪਣੇ ਭਰਾ ਦੀ ਅੱਖ ਦਾ ਤੀਲਾ ਕਿਉਂ ਵੇਖਦਾ ਹੈ, ਪਰ ਆਪਣੀ ਅੱਖ ਦੇ ਸ਼ਤੀਰ ਵੱਲ ਧਿਆਨ ਨਹੀਂ ਦਿੰਦਾ? ਜਾਂ ਤੂੰ ਆਪਣੇ ਭਰਾ ਨੂੰ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਲਿਆ ਮੈਂ ਤੇਰੀ ਅੱਖ ਦਾ ਤੀਲਾ ਕੱਢ ਦੇਵਾਂ, ਜਦੋਂ ਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ? ਉਹ ਪਖੰਡੀਓ, ਪਹਿਲਾਂ ਆਪਣੀ ਅੱਖ ਵਿਚਲਾ ਸ਼ਤੀਰ ਕੱਢ ਲਓ ਅਤੇ ਫਿਰ ਆਪਣੇ ਭਰਾ ਦੀ ਅੱਖ ਵਿਚਲਾ ਤੀਲਾ ਕੱਢਣ ਲਈ ਤੁਸੀਂ ਸਾਫ਼-ਸਾਫ਼ ਦੇਖ ਸਕੋਗੇ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਖੁਦਾ ਤੇ ਧਿਆਨ ਲਾਈਏ। ਜਦੋਂ ਅਸੀਂ ਦੋਸ਼ ਦੀ ਗੱਲ ਕਰਦੇ ਹਾਂ, ਅਸੀਂ ਹਮੇਸ਼ਾ ਖੁਦਾ ਨੂੰ ਇਹ ਸਮਝਦੇ ਹਾਂ ਕਿ ਉਹ ਸਾਡਾ ਨਿਆਂ ਕਰੇਗਾ ਤੇ ਸਖਤਾਈ ਨਾਲ ਨਿਆਂ ਕਰੇਗਾ। ਖੁਦਾ ਬਾਰੇ ਅਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਸੋਚਦੇ ਹਾਂ ਕਿ ਜਦੋਂ ਦੁਨੀਆ ਦਾ ਅੰਤ ਆਵੇਗਾ ਉਦੋਂ ਖੁਦਾ ਸਾਡੇ ਕਰਮਾਂ ਦੇ ਆਧਾਰ ਤੇ ਸਖਤਾਈ ਨਾਲ ਨਿਆਂ ਕਰੇਗਾ। ਪਿਆਰਿਓ, ਇਹ ਸਾਡੇ ਆਪਣੀ ਸਮਝ ਹੈ। ਖੁਦਾ ਦੂਸਰੇ ਤਰੀਕੇ ਨਾਲ ਵੀ ਕਰ ਸਕਦਾ ਹੈ। ਖੁਦਾ ਇਸ ਤੋਂ ਉਲਟਾ ਵੀ ਫੈਸਲਾ ਲੈ ਸਕਦਾ, ਯਾਨੀ ਕਿ ਉਹ ਦਇਆ ਕਰ ਸਕਦਾ ਹੈ, ਸਾਨੂੰ ਪੂਰਨ ਤੌਰ ਤੇ ਮਾਫ ਕਰ ਸਕਦਾ ਹੈ। ਇਸ ਦੀ ਇੱਕ ਵੱਡੀ ਮਿਸਾਲ ਅਸੀਂ ਵੇਖਦੇ ਹਾਂ ਕਿ ਉਹ ਡਾਕੂ ਜੋ ਪ੍ਰਭੂ ਯਿਸੂ ਦੇ ਇੱਕ ਪਾਸੇ ਸਲੀਬ ਉੱਤੇ ਲਟਕਾਇਆ ਹੁੰਦਾ ਹੈ, ਉਹ ਆਪਣੇ ਜੀਵਨ ਦੇ ਆਖਰੀ ਸਾਹਾਂ 'ਚ ਹੁੰਦਾ ਹੈ ਤੇ ਪ੍ਰਭੂ ਉਸ ਨੂੰ ਕਹਿੰਦਾ ਹੈ, ਅੱਜ ਹੀ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਗਾ। ਪਿਆਰਿਓ, ਅਸੀਂ ਖੁਦਾ ਨੂੰ ਇਹ ਨਾ ਸਮਝੀਏ ਕਿ ਉਹ ਇੱਕ ਕਠੋਰ ਅਤੇ ਬਹੁਤ ਹੀ ਸਖਤੀ ਨਾਲ ਨਿਆਂ ਕਰਨ ਵਾਲਾ ਖੁਦਾ ਹੈ। ਖੁਦਾ ਦਇਆ ਕਰਨ ਵਾਲਾ ਵੀ ਖੁਦਾ ਹੈ। ਉਸ ਵਿੱਚ ਜੋ ਦਇਆ ਦੀ ਮਾਤਰਾ ਹੈ ਉਹ ਉਸ ਦੀ ਸਖਤਾਈ ਨਾਲੋਂ ਜ਼ਿਆਦਾ ਹੈ। ਅਸੀਂ ਹਮੇਸ਼ਾ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਖੁਦਾ ਜੋ ਸਾਡਾ ਪਿਤਾ ਹੈ, ਬਾਪ ਹੈ, ਉਹ ਕਦੇ ਵੀ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਸਖਤਾਈ ਦੇ ਨਾਲ ਉਹਨਾਂ ਦਾ ਨਿਆਂ ਨਹੀਂ ਕਰਨਾ ਚਾਹੁੰਦਾ। ਇਹ ਸਾਡੀ ਆਪਣੀ ਵਜ੍ਹਾ ਹੈ ਜਾਂ ਸਾਡੀ ਆਪਣੀ ਸੋਚ ਹੈ ਜਿਸ ਕਾਰਨ ਅਸੀਂ ਖੁਦਾ ਵੱਲ ਇਸ ਤਰ੍ਹਾਂ ਵੇਖਦੇ ਹਾਂ। ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਦੂਜਿਆਂ ਤੇ ਦੋਸ਼ ਲਾਉਂਦੇ ਹਾਂ ਤਾਂ ਅਸੀਂ ਕਦੇ ਵੀ ਆਪਣੇ ਆਪ ਵੱਲ ਨਹੀਂ ਵੇਖਦੇ। ਮਿਸਾਲ ਦੇ ਤੌਰ ਤੇ ਅਸੀਂ ਆਦਮ ਅਤੇ ਹਵਾ ਵੱਲ ਧਿਆਨ ਦੇਈਏ। ਆਦਮ ਕਹਿੰਦਾ ਕਿ ਹਵਾ ਨੇ ਮੈਨੂੰ ਇਹ ਫਲ ਦਿੱਤਾ ਤੇ ਮੈਂ ਫਿਰ ਖਾਧਾ। ਹਵਾ ਕਹਿੰਦੀ ਸੱਪ ਨੇ ਮੈਨੂੰ ਵਰਗਲਾਇਆ ਤਾਂ ਮੈਂ ਇਹ ਫਲ ਖਾਧਾ। ਯਾਨੀ ਕਿ ਹਰ ਇੱਕ ਦੂਜੇ ਉੱਤੇ ਦੋਸ਼ ਲਾ ਰਿਹਾ ਹੈ। ਆਦਮ ਹਵਾ ਉੱਤੇ ਦੋਸ਼ ਲਾ ਰਿਹਾ, ਹਵਾ ਸੱਪ ਤੇ ਦੋਸ਼ ਲਾ ਰਹੀ ਹੈ। ਇਸ ਤਰੀਕੇ ਨਾਲ ਉਹ ਸਾਰੇ ਇੱਕੋ ਹੀ ਉਸ ਦੋਸ਼ ਦੇ ਗੁਨਾਹ ਦੇ ਹਿੱਸੇਦਾਰ ਬਣ ਜਾਂਦੇ ਆ। ਪਰ ਜੇਕਰ ਉਹਨਾਂ ਨੇ ਖੁਦਾ ਕੋਲੋਂ ਮਾਫੀ ਮੰਗੀ ਹੁੰਦੀ, ਮੰਨ ਲਓ ਆਪਾਂ ਦੂਜੇ ਤਰੀਕੇ ਨਾਲ ਸੋਚੀਏ, ਜੇਕਰ ਉਹਨਾਂ ਤਿੰਨਾਂ ਨੇ ਆਪਣੀ ਗਲਤੀ ਨੂੰ ਮੰਨ ਲਿਆ ਹੁੰਦਾ ਕਿ ਮੈਨੂੰ ਇਹ ਕੰਮ ਜਾਂ ਇਹ ਨਹੀਂ ਸੀ ਕਰਨਾ ਚਾਹੀਦਾ, ਮੈਂ ਆਪਣੀ ਗਲਤੀ ਮੰਨਦਾ ਹਾਂ, ਐ ਦਿਆਲੂ ਪਿਤਾ ਮੈਨੂੰ ਮਾਫ ਕਰ। ਪਰ ਅਸੀਂ ਜਾਣਦੇ ਹਾਂ ਉਹਨਾਂ ਤਿੰਨਾਂ ਵਿੱਚੋਂ ਕਿਸੇ ਨੇ ਵੀ ਆਪਣੀ ਗਲਤੀ ਨੂੰ ਨਹੀਂ ਮੰਨਿਆ, ਸਗੋਂ ਇੱਕ ਦੂਜੇ ਤੇ ਦੋਸ਼ ਲਾਉਂਦੇ ਰਹੇ। ਉਸ ਦੋਸ਼ ਲਾਉਣ ਦੀ ਵਜ੍ਹਾ ਦੇ ਕਾਰਨ ਉਹਨਾਂ ਨੂੰ ਆਦਨ ਦੇ ਬਾਗ ਵਿੱਚੋਂ ਕੱਢ ਦਿੱਤਾ ਗਿਆ। ਉਹ ਮੌਤ ਦੇ ਵਸ ਵਿੱਚ ਪੈ ਗਏ, ਪਾਪ ਦੇ ਗੁਲਾਮ ਬਣ ਗਏ, ਸ਼ੈਤਾਨ ਦੇ ਗੁਲਾਮ ਬਣ ਗਏ। ਅੱਜ ਅਸੀਂ ਵੇਖਦੇ ਹਾਂ ਪਾਪ ਅਤੇ ਸ਼ੈਤਾਨ ਹਰ ਇੱਕ ਇਨਸਾਨ ਦੇ ਜੀਵਨ ਦਾ ਇੱਕ ਹਿੱਸਾ ਬਣ ਚੁੱਕਾ ਹੈ। ਇਹ ਸਾਡੀਆਂ ਕਮਜ਼ੋਰੀਆਂ ਹਨ। ਅਸੀਂ ਖੁਦਾ ਵੱਲ ਧਿਆਨ ਦੇਈਏ ਕਿ ਖੁਦਾ ਜੋ ਨਿਆਂ ਕਰਦਾ ਹੈ, ਨਾਲ ਹੀ ਉਹ ਮਾਫ ਕਰਨ ਵਾਲਾ ਵੀ ਖੁਦਾ ਹੈ। ਇਸ ਸੰਬੰਧ ਵਿੱਚ ਹੀ ਖਾਸ ਤੌਰ 'ਤੇ ਇੱਕ ਵਚਨ ਪੜ੍ਹਦੇ ਹਾਂ। ਜਦੋਂ ਇੱਕ ਵਿਚਾਰਨ ਔਰਤ ਨੂੰ ਪ੍ਰਭੂ ਦੇ ਸਾਹਮਣੇ ਲਿਆਇਆ ਜਾਂਦਾ ਹੈ ਤੇ ਲੋਕ ਕਹਿੰਦੇ ਆ ਇਸ ਦਾ ਨਿਆਂ ਕਰੋ। ਪ੍ਰਭੂ ਉਹਨਾਂ ਨੂੰ ਕਹਿੰਦਾ ਹੈ ਤੁਹਾਡੇ ਵਿੱਚ ਜਿਸ ਕਿਸ ਨੇ ਗੁਨਾਹ ਨਹੀਂ ਕੀਤਾ ਉਹੀ ਪਹਿਲਾ ਪੱਥਰ ਚੁੱਕ ਕੇ ਇਸ ਨੂੰ ਮਾਰੇ। ਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਸਾਡੇ ਵਿੱਚੋਂ ਕੋਈ ਵੀ ਸ਼ੁੱਧ ਨਹੀਂ ਹੈ, ਕੋਈ ਵੀ ਦੋਸ਼ ਤੋਂ ਬਗੈਰ ਨਹੀਂ ਹੈ, ਉਹ ਸਾਰੇ ਇੱਕ ਇੱਕ ਕਰਕੇ ਆਪਣੇ ਪੱਥਰ ਸੁੱਟ ਕੇ ਚਲੇ ਜਾਂਦੇ ਆ। ਆਖਿਰ ਵਿੱਚ ਪ੍ਰਭੂ ਕਹਿੰਦਾ ਹੈ, ਵਚਨ ਅਸੀਂ ਪੜ੍ਹਦੇ ਹਾਂ, ਕਿ ਕਿਸੇ ਨੇ ਤੇਰੇ ਤੇ ਦੋਸ਼ ਨਹੀਂ ਲਾਇਆ? ਉਸਨੇ ਕਿਹਾ ਨਹੀਂ ਪ੍ਰਭੂ। ਯਿਸੂ ਨੇ ਕਿਹਾ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਜਾ ਅਤੇ ਫਿਰ ਪਾਪ ਨਾ ਕਰੀ। ਅਸੀਂ ਖੁਦਾ ਬਾਰੇ ਇਸ ਤਰ੍ਹਾਂ ਸੋਚਣਾ ਹੈ ਕਿ ਖੁਦਾ ਇੱਕ
ਦਿਆਲੂ ਖੁਦਾ ਹੈ ਤੇ ਅਸੀਂ ਉਸ ਦੀ ਉਸਦਾ ਇਹ ਜੋ ਗੁਣ ਹੈ ਉਹਦੇ ਵਿੱਚ ਹਿੱਸੇਦਾਰ ਬਣਨ ਦੀ ਕੋਸ਼ਿਸ਼ ਕਰੀਏ। ਇਸ ਤੋਂ ਪਹਿਲਾਂ ਕਿ ਅਸੀਂ ਦੂਜਿਆਂ ਤੇ ਦੋਸ਼ ਲਈਏ, ਆਪਣੇ ਆਪ ਨੂੰ ਵੇਖ ਲਈਏ ਕਿ ਸ਼ਾਇਦ ਉਹ ਸੇਮ ਗਲਤੀ, ਸੇਮ ਗੁਨਾਹ ਅਸੀਂ ਵੀ ਕੀਤਾ ਹੈ। ਸ਼ਾਇਦ ਬੁਰੀ ਸੰਗਤ ਦੇ ਪ੍ਰਭਾਵ ਹੇਠ ਆ ਕੇ, ਸ਼ਾਇਦ ਕਿਸੇ ਦੇ ਵੱਲੋਂ ਧੋਖਾ ਦਿੱਤੇ ਜਾਣ ਦੇ ਕਾਰਨ, ਕਈ ਕਾਰਨ ਹੋ ਸਕਦੇ ਆ ਗਲਤੀਆਂ ਗੁਨਾਹਾਂ ਦੇ। ਉਹ ਸਾਰੇ ਗਲਤੀਆਂ ਗੁਨਾਹਾਂ ਅਸੀਂ ਵੀ ਕੀਤੇ ਹੋਣਗੇ, ਪਰ ਅਸੀਂ ਭੁੱਲ ਜਾਂਦੇ ਹਾਂ। ਅਸੀਂ ਇਹ ਭੁੱਲ ਕੇ ਦੂਜਿਆਂ ਤੇ ਦੋਸ਼ ਲਾਉਂਦੇ ਹਾਂ, ਉਹਨਾਂ ਦੀ ਗਲਤੀਆਂ ਕੱਢਦੇ ਹਾਂ ਤਾਂ ਜੋ ਉਹਨਾਂ ਦਾ ਨੁਕਸਾਨ ਹੋਵੇ, ਮਾਨਸਿਕ ਤੌਰ ਤੇ, ਸਮਾਜਿਕ ਤੌਰ ਤੇ, ਪਰਿਵਾਰਿਕ ਤੌਰ ਤੇ। ਪਿਆਰੇ, ਜਦੋਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਕਦੀ ਵੀ ਖੁਦਾ ਦੀ ਜੋ ਦਇਆ ਹੈ ਅਤੇ ਉਸ ਦੀ ਮਾਫੀ ਦੀ ਭਾਵਨਾ ਆ ਉਹਦੇ ਹਿੱਸੇਦਾਰ ਨਹੀਂ ਬਣ ਸਕਦੇ। ਇਸ ਕਰਕੇ ਅੱਜ ਖੁਦਾ ਕੋਲੋਂ ਅਸੀਂ ਇਹ ਮੰਗ ਕਰੀਏ, ਖੁਦਾ ਅੱਗੇ ਪ੍ਰਾਰਥਨਾ ਕਰੀਏ ਕਿ ਖੁਦਾ ਸਾਨੂੰ ਦੂਜਿਆਂ ਨੂੰ ਮਾਫ ਕਰਨ ਦੀ ਅਤੇ ਦੂਜਿਆਂ ਨਾਲ ਮੇਲ ਮਿਲਾਪ ਕਰਨ ਦੀ ਇੱਕ ਸੋਚ ਪ੍ਰਦਾਨ ਕਰ, ਇੱਕ ਭਾਵਨਾ ਪ੍ਰਦਾਨ ਕਰ। ਇਸ ਫਜ਼ਲ ਲਈ ਆਓ ਅਸੀਂ ਪ੍ਰਾਰਥਨਾ ਕਰੀਏ। ਹੈ ਦਿਆਲੂ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ। ਹੈ ਪ੍ਰਭੂ, ਅੱਜ ਦੇ ਦਿਨ ਲਈ ਅਸੀਂ ਧੰਨਵਾਦ ਕਰਦੇ ਹਾਂ, ਖਾਸ ਤੌਰ 'ਤੇ ਅੱਜ ਦੇ ਵਚਨ ਦੇ ਲਈ। ਪਿਤਾ ਪਰਮੇਸ਼ਵਰ, ਸਾਨੂੰ ਇਹ ਫਜ਼ਲ ਪ੍ਰਦਾਨ ਕਰੋ ਕਿ ਅਸੀਂ ਦੂਜਿਆਂ ਉੱਤੇ ਕਦੀ ਵੀ ਦੋਸ਼ ਨਾ ਲਾਈਏ, ਸਗੋਂ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। खुदाया कर ले परवाह, अर्पण करा मैं रोजी समझा। प्यारे खुदाया कर ले परवाह, अर्पण करा मैं रोजी समझा। मैनू तू प्यारे दी नेमता, खुशबू में जीवन दी लेके फिरा। मैनू तू प्यारे दी नेमता, खुशबू में जीवन दी लेके फिरा। बरकता पावे सारा जहां, अर्पण करा मैं रोज समझा। प्यारे खुदाया कर ले परवाह, अर्पण करा मैं रोज समझा। प्यारे खुदाया कर ले परवाह, अर्पण करा मैं रोज समझा। अर्पण करा मैं रोज समझा, अर्पण करा मैं रोज समझा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ, ਸਾਡੇ ਇਸ ਚੜ੍ਹਾਵੇ ਨੂੰ ਕਬੂਲ ਕਰ, ਬਖਸ਼ ਦੇ ਕਿ ਗੁਨਾਹਾਂ ਦਾ ਕਫਾਰਾ ਫੜਨ ਵਾਲੀ ਅਤੇ ਤੇਰੀ ਵਡਿਆਈ ਕਰਨ ਵਾਲੀ ਇਹ ਕੁਰਬਾਨੀ ਸਾਨੂੰ ਸ਼ੁੱਧ ਅਤੇ ਨਵਾਂ ਕਰੇ, ਤਾਂ ਜੋ ਸਾਡਾ ਸਾਰਾ ਜੀਵਨ ਤੇਰੀ ਪਾਕ ਮਰਜ਼ੀ ਲਈ ਪ੍ਰਵਾਨਯੋਗ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਅਤੇ ਨਿਸ਼ਾਨ ਬਖਸ਼ਣ ਵਾਲੇ ਵਜੋਂ ਭੇਜਿਆ।
ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਝੱਲੇ, ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੀ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਹੈ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚਲਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪਾਂ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸਨ ਯੂਸਫ ਦੇ ਨਾਲ, ਤਾਂ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ,
ਰੂਪਾਂਕ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੇ ਕਰ। आमीन। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾਓ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत अति जलाल युग युग तेरा ही है। ਐ ਪ੍ਰਭੂ ਯਿਸੂ ਮਸੀਹ ਤਾਂ ਆਪਣੇ ਰਸੂਲਾਂ ਨੂੰ ਆਖਿਆ ਮੈਂ ਤਾਂ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੇ ਕਰ। आमीन। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ अति तुहाडी रूह नाल भी होवे। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ऐ लीले खुदा दी तू जिहड़ा दुनिया दी गुनाह चुक लैंदा है साडी उत्ते दया कर। ऐ लीले खुदा दी तू जिहड़ा दुनिया दी गुनाह चुक लैंदा है साडी उत्ते दया कर। ऐ लीले खुदा दी तू जिहड़ा दुनिया दी गुनाह चुक लैंदा है सानू शांति दे। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ऐ प्रभु मैं इस योग्यता नहीं हाँ कि तू मेरी छत थले आवे, पर एक ही शब्द आ तां मेरी रूह चंगी हो जावेगी। मेरे दिल दे बगीचे विच आ ऐ यीशु प्यारे तू। मेरे दिल दे बगीचे विच आ ऐ यीशु प्यारे तू। इस दिल नू कर ले अपना एदा वाली हो जा तू। इस दिल नू कर ले अपना एदा वाली हो जा तू। मेरे दिल विच वास करी ऐ यीशु प्यारे तू। मेरे दिल विच वास करी ऐ यीशु प्यारे तू। होरां दे प्यार तो की लेना मेरा इको प्यारा तू। होरां दे प्यार तो की लेना मेरा इको प्यारा तू। मेरे दिल दे
बगीचे बिच आजा ऐ यीशु प्यारे तू मेरे दिल दे बगीचे बिच आजा ऐ यीशु प्यारे तू इस दिल नो कर ले अपना एदा वाली हो जा तू इस दिल नो कर ले अपना एदा वाली हो जा तू। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਬਦਨ ਤੇ ਲਹੂ ਨਾਲ ਤੂੰ ਸਾਨੂੰ ਨਵੀਨ ਕੀਤਾ ਹੈ। ਬਖਸ਼ ਦੇ ਕਿ ਇਹਨਾਂ ਪਵਿੱਤਰ ਭੇਦਾਂ ਵਿੱਚ ਹਿੱਸਾ ਲੈਣ ਨਾਲ ਸਾਨੂੰ ਨਜ਼ਾਤ ਦੀ ਸੰਪੂਰਨਤਾ ਹਾਸਲ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। ਦੁਆ ਯਾਦ ਕਰ याद कर ऐ नहायत मेहरबान कुआरी मरियम भई कदी नहीं सुनया गया कि कोई भी तेरी पनाह लभदियां तेरी मदद चाहदियां तेरी सिफारिश मंगदियां तेथों खाली गया होवे। ऐ कुआरी कुआरियां दी आके मेरी मां इस तसल्ली नाल मैं तेरे को नस के आउंदा हां अते तेरे अगे खलो के मैं गुनाही रोंदा हां। ऐ दे तारे होए कलाम दी मां तू मेरी अर्ज़ां नूं हकीर ना जान सगों मेहरबानी नाल सुन अते कबूल कर। आमीन। ਮਾਂ ਮਰੀਮ ਸ਼ਾਂਤੀ ਦੀ ਰਾਣੀ साडे लिए दुआ कर। सदाती कर मसीदा रहेगा नाम सदाती कर मसीदा रहेगा जब तलक सूरज रहेगा रहेगा जब तलक सूरज रहेगा। तो बरकता सब लोग पावन उस तो बरकता सब लोग पावन कौमा उस दिया धन्यवाद गावन कौमा उस दिया धन्यवाद गावन रहेगा नाम सदा कर मसीदा रहेगा नाम सदा कर मसीदा रहेगा जब तलक सूरज रहेगा रहेगा जब तलक सूरज रहेगा।